ਸਾਹਿਬ ਸਟੂਡੈਂਟ ਜਿੱਦਾਂ ਨਾ ਮੈਂ ਤੁਹਾਨੂੰ ਪਹਿਲਾਂ ਜਨਰਲ ਐਂਟਰੀਆਂ ਕਰਾਈਆਂ ਸੀਗੀਆਂ, ਠੀਕ ਨਾ। ਉਹ ਤੋਂ ਹੁਣ ਆਪਾਂ ਅਗਲੇ ਕੁਐਸਚਨ ਕਰਨੇ ਆ, ਠੀਕ ਨਾ। ਅੱਗੇ ਕੋਈ ਟੌਪਿਕ ਆ ਤੇ ਪਲੱਸ ਉਹਦੇ ਵਿੱਚ ਕੁਝ ਤੁਹਾਡੀਆਂ ਜਿੱਦਾਂ ਮੈਂ ਥੋੜ੍ਹੀਆਂ ਮਿਸਟੇਕ ਦੇਖੀਆਂ ਸੀਗੀਆਂ ਜਾਂ ਠੀਕ ਨਾ, ਜਾਂ ਜਿਹੜੀਆਂ ਗਲਤੀਆਂ ਸੀਗੀਆਂ ਕੁਝ ਬੱਚਿਆਂ ਨੇ, ਸਾਰੇ ਬੱਚਿਆਂ ਨੇ ਨਹੀਂ, ਕੁਝ ਬੱਚਿਆਂ ਨੇ ਸਹੀ ਵੀ ਕੀਤੀਆਂ ਸੀ ਨਾ, ਕੁਝ ਬੱਚਿਆਂ ਦੀ ਮਿਸਟੇਕ ਸੀਗੀਆਂ, ਉਹ ਮੈਂ ਥੋੜ੍ਹੀਆਂ ਤੁਹਾਨੂੰ ਨਾ ਕਲੀਅਰ ਕਰਦਾ ਵਾਂ, ਠੀਕ ਨਾ। ਪਹਿਲੇ ਨੰਬਰ 'ਤੇ ਤਾਂ ਬੇਟਾ ਇੱਕ ਤੁਹਾਡੀ ਜਿਹੜੀ ਮਿਸਟੇਕ ਸੀਗੀ, ਕਈ ਬੱਚੇ ਜਿਹੜਾ ਹੈ ਨਾ ਡੈਬਿਟ ਨੂੰ ਆ, ਠੀਕ ਨਾ, ਸ਼ਾਇਦ ਸੁਖਲੀਨ ਬੇਟੇ ਬੱਚੀ ਨੇ ਲਿਖਿਆ ਸੀਗਾ ਜਿੱਦਾਂ ਤੁਸੀਂ ਲਿਖਦੇ ਸੀ D/R ਨਹੀਂ ਲਿਖਣਾ, ਠੀਕ ਨਾ, D ਇਸ ਤਰ੍ਹਾਂ ਲਿਖਣਾ ਡੈਬਿਟ, ਠੀਕ ਹੈ ਜੀ। ਇੱਕ ਤਾਂ ਇਹ ਸੀਗਾ, ਬਾਕੀ ਸਭ ਕੁਝ ਠੀਕ ਸੀਗਾ, ਠੀਕ ਨਾ। ਉਸ ਤੋਂ ਬਾਅਦ ਬੇਟਾ ਇੱਕ ਤੁਸੀਂ ਐਂਟਰੀ ਸੀਗੀ, ਇੱਕ ਬੱਚੇ ਨੇ ਐਂਟਰੀ ਪਾਈ ਸੀਗੀ ਸਟਾਰਟ ਬਿਜ਼ਨਸ ਦੀ, ਕਿਆ ਹੈ ਜੀ, ਕੈਸ਼ ਅਕਾਊਂਟ ਡੈਬਿਟ ਟੂ ਬਿਜ਼ਨਸ ਲਿਖਿਆ ਸੀਗਾ। ਬਿਜ਼ਨਸ ਨਹੀਂ ਆਣਾ, ਕੀ ਆਣਾ ਹਮੇਸ਼ਾ ਕੈਪੀਟਲ ਆ ਜਾਣਾ, ਕੀ ਆਣਾ ਜੀ, ਕੈਸ਼ ਅਕਾਊਂਟ ਡੈਬਿਟ ਟੂ ਕੈਪੀਟਲ, ਠੀਕ ਨਾ। ਔਰ ਇੱਕ ਬੇਟਾ ਕਿ ਜਿਹੜੀ ਤੁਹਾਡੇ ਕੋਲ ਐਂਟਰੀ ਹੈ ਨਾ, ਕਿ ਜਿਹੜੀ ਮਤਲਬ ਕੀ ਹੋਣੀ ਹੈ ਤੁਹਾਡੀ ਪਰਚੇਜ ਵਾਲੀ ਐਂਟਰੀ ਆ, ਠੀਕ ਨਾ। ਉਹ ਬੱਚੇ ਨੇ ਸੇਲ ਵਾਲੀ ਐਂਟਰੀਆਂ ਸਾਰੀਆਂ ਸਹੀ ਪਾਉਣੀਆਂ, ਠੀਕ ਨਾ। ਪਰਚੇਜ ਵਾਲੀ ਐਂਟਰੀ ਵਿੱਚ ਆ ਕਈ ਬੱਚੇ ਪਾ ਗਏ ਉਹ ਐਂਟਰੀ ਕੈਸ਼ ਅਕਾਊਂਟ ਡੈਬਿਟ ਟੂ ਪਰਚੇਜ। ਬੇਟਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਪਰਚੇਜ ਅਕਾਊਂਟ ਹਮੇਸ਼ਾ ਕੀ ਹੋਣਾ ਜੀ, ਡੈਬਿਟ ਹੋਣਾ। ਜਦੋਂ ਆਪਾਂ ਗੁੱਡਸ ਕੀ ਕਰਦੇ ਹਾਂ ਜੀ, ਪਰਚੇਜ ਕਰਦੇ ਹਾਂ, ਤਾਂ ਹਮੇਸ਼ਾ ਕੀ ਆਣਾ ਹੈ ਜੀ, ਪਰਚੇਜ ਅਕਾਊਂਟ ਡੈਬਿਟ ਟੂ ਕੈਸ਼ ਅਕਾਊਂਟ, ਕਿਆ ਜੀ, ਪਰਚੇਜ ਅਕਾਊਂਟ ਡੈਬਿਟ ਟੂ ਕੈਸ਼ ਅਕਾਊਂਟ। ਔਰ ਜੇ ਮਤਲਬ ਕਿਸੇ ਦਾ ਨਾਂ ਦਿੱਤਾ ਆ, ਠੀਕ ਹੈ, ਜੇ ਕਿਸੇ ਦਾ ਦਿੱਤਾ ਜੀ, ਫਿਰ ਆਪਾਂ ਇੱਥੇ ਨਾਂ ਲਿਖਣਾ, ਠੀਕ ਹੈ ਨਾ। ਜਿੱਦਾਂ ਕਈਆਂ ਨੇ ਐਂਟਰੀ ਪਾਈ ਸੀਗੀ ਇੱਥੇ ਇੱਕ ਸੀਗਾ ਸਾਡਾ ਗੁਰਪ੍ਰੀਤ ਅਕਾਊਂਟ ਡੈਬਿਟ ਟੂ ਪਰਚੇਜ, ਨਹੀਂ, ਪਰਚੇਜ ਅਕਾਊਂਟ ਹਮੇਸ਼ਾ ਡੈਬਿਟ, ਜੇ ਤਾਂ ਲਿਖਿਆ ਫॉर ਕੈਸ਼ ਫੇਰ ਤਾਂ ਟੂ ਕੈਸ਼ ਆਊਗਾ, ਨਹੀਂ ਤਾਂ ਕੀ ਆਊਗਾ ਹੈਗਾ ਜੀ, ਉਹਦਾ ਨਾਂ ਆਊਗਾ। ਜੇ ਤੋਂ ਆਪਾਂ ਚੀਜ਼ ਖਰੀਦੀ ਗਈ ਹੈ ਤਾਂ ਉਹਨੂੰ ਆਪਾਂ ਕ੍ਰੈਡਿਟ ਐਂਟਰੀ ਮੰਨ ਕੇ ਚੱਲਣਾ ਹੈ, ਠੀਕ ਨਾ। ਬਾਕੀ ਬੇਟਾ ਤੁਹਾਡਾ ਸਾਰਾ ਦਾ ਲਗਭਗ ਸਹੀ ਸੀਗਾ, ਠੀਕ ਨਾ। ਤੇ ਮਤਲਬ ਬਸ ਇਹੀ 2-3 ਮਿਸਟੇਕ ਸੀਗੀਆਂ ਤੁਹਾਡੀਆਂ, ਠੀਕ ਨਾ। ਕਿ ਜੇ ਮਤਲਬ ਹੈ ਨਾ ਸਾਡਾ ਲਿਖ ਦਿੰਦਾ ਜਿੱਦਾਂ ਮੰਨ ਲਓ ਕਿਹਾ ਜੀ ਗੁੱਡਸ ਪਰਚੇਜ ਫਰੋਮ, ਇੱਕ ਜਿੱਦਾਂ ਸੀਗਾ ਬੱਚੇ ਲਿਖਿਆ ਸੀਗਾ ਗੋਬਿੰਦ, ਠੀਕ ਨਾ। ਇਹਦਾ ਮਤਲਬ ਇਹ ਸਾਡੀ ਕਿਹਾ ਜੀ ਸਿਰਫ ਨਾਂ ਲਿਖਿਆ ਹੈ ਗੋਬਿੰਦ, ਇਹਦਾ ਮਤਲਬ ਸਾਡੀ ਕ੍ਰੈਡਿਟ ਐਂਟਰੀ ਆ। ਇਹ ਕਿਹਾ ਜੀ ਉਧਾਰ ਆ, ਇਹਦੇ ਵਿੱਚ ਆਪਾਂ ਕੀ ਲਿਖਾਂਗੇ, ਪਰਚੇਜ ਅਕਾਊਂਟ ਡੈਬਿਟ ਟੂ ਗੋਬਿੰਦ ਅਕਾਊਂਟ, ਮਤਲਬ ਸਾਡੀ ਕਿਹਾ ਜੀ ਕ੍ਰੈਡਿਟ ਐਂਟਰੀ, ਠੀਕ ਨਾ। ਬਾਕੀ ਲਗਭਗ ਐਂਟਰੀਆਂ ਬੇਟਾ ਤੁਹਾਡੀਆਂ ਸਹੀ ਸੀਗੀਆਂ ਸਾਰਿਆਂ ਦੀਆਂ, ਠੀਕ ਨਾ, ਬਹੁਤ ਵਧੀਆ ਜੀ। ਉਸ ਤੋਂ ਬਾਅਦ ਬੇਟਾ ਹੁਣ ਅਸੀਂ ਅੱਜ ਇੱਕ ਨਵਾਂ ਟੌਪਿਕ ਸ਼ੁਰੂ ਕਰਨਾ ਇਹਦੇ ਵਿੱਚ ਹੀ, ਠੀਕ ਨਾ। ਜਿੱਦਾਂ ਆਪਣਾ ਪਹਿਲਾਂ ਐਂਟਰੀਆਂ ਪਾਈਆਂ ਸੀਗੀਆਂ, ਉਹ ਐਂਟਰੀਆਂ ਪਾਈਆਂ ਸੀਗੀਆਂ ਜਿਹੜੀਆਂ ਮਤਲਬ ਕਿ ਜੀ ਕੈਸ਼ ਟ੍ਰਾਂਜੈਕਸ਼ਨ ਜਾਂ ਫਿਰ ਕਿਹਾ ਜੀ ਕ੍ਰੈਡਿਟ ਟ੍ਰਾਂਜੈਕਸ਼ਨ, ਠੀਕ ਨਾ। ਹੁਣ ਇਸੇ ਤਰ੍ਹਾਂ ਜਿਹੜਾ ਅਸੀਂ ਅੱਜ ਦਾ ਮਤਲਬ ਕੁਛ ਐਂਟਰੀਆਂ ਜਿਹੜੇ ਮੈਂ ਅਲੱਗ-ਅਲੱਗ ਟੌਪਿਕ ਨਾਲ ਪਾਵਾਂਗੇ, ਫਿਰ ਆਪਾਂ ਇਕੱਠੀਆਂ ਕਰਾਂਗੇ। ਜਿਹੜੀਆਂ ਅੱਜ ਦੀਆਂ ਆਪਾਂ ਐਂਟਰੀਆਂ ਕਰਨੀਆਂ, ਉਹ ਆਪਾਂ ਐਂਟਰੀਆਂ ਕਰਨੀਆਂ ਹੈਗੀਆਂ ਆ ਜਿਹੜੀਆਂ ਕੈਪੀਟਲ ਐਂਡ ਡਰਾਇੰਗ ਦੇ ਨਾਲ ਰਿਲੇਟਡ ਆ ਸਾਡੀਆਂ ਕਰਨੀਆਂ ਜੀ, ਕੈਪੀਟਲ ਤੇ ਡਰਾਇੰਗ, ਠੀਕ ਨਾ। ਬੇਟਾ ਕੈਪੀਟਲ ਸਾਡੀ ਉਹ ਹੁੰਦੀ ਆ ਜਿਹੜਾ ਪੈਸਾ ਆਪਾਂ ਬਿਜ਼ਨਸ ਦੇ ਵਿੱਚ ਲਾਉਣੀ ਆ, ਠੀਕ ਨਾ। ਕਿ ਜਾਣੀ ਕਿ ਕਿਹਾ ਜੀ ਕੈਪੀਟਲ ਕੀ ਹੁੰਦਾ ਆ ਜੀ, ਠੀਕ ਨਾ, ਕਿਹਾ ਜੀ ਮਨੀ ਜਾਂ ਫਿਰ ਕਿਹਾ ਜੀ ਗੁੱਡਸ ਇੰਟਰੋਡਿਊਸ ਇਨ ਬਿਜ਼ਨਸ, ਠੀਕ ਨਾ। ਕਿ ਚਾਹੇ ਪੈਸਾ ਚਾਹੇ ਗੁੱਡਸ ਅਸੀਂ ਜਿਹੜਾ ਕੀ ਕਰਦੇ ਆ ਜੀ ਬਿਜ਼ਨਸ ਦੇ ਵਿੱਚ ਇੰਟਰੋਡਿਊਸ ਕਰਦੇ ਆ, ਜਿਹੜਾ ਸਾਡੇ ਕੋਲ ਪਰਸਨਲ ਆ, ਠੀਕ ਨਾ, ਉਹ ਜਦੋਂ ਅਸੀਂ ਬਿਜ਼ਨਸ ਦੇ ਵਿੱਚ ਇੰਟਰੋਡਿਊਸ ਕਰ ਦੇਣਾ, ਬਿਜ਼ਨਸ ਦੇ ਵਿੱਚ ਲਾ ਦੇਣਾ, ਉਹ ਸਾਡੀ ਕੀ ਬਣ ਜਾਣੀ ਹੈ ਜੀ, ਕੈਪੀਟਲ ਬਣ ਜਾਂਦੀ ਹੈ, ਠੀਕ ਨਾ। ਔਰ ਇਸੇ ਤਰ੍ਹਾਂ ਬੇਟਾ ਡਰਾਇੰਗ ਹੁੰਦੀ ਹੈਗੀ ਆ ਕਿ ਜਿਹੜਾ ਮਤਲਬ ਬਿਜ਼ਨਸਮੈਨ ਆ, ਠੀਕ ਨਾ, ਜਿਹੜਾ ਬਿਜ਼ਨਸ ਕਰਦਾ ਆ, ਜਦੋਂ ਉਹਨੇ ਕੈਸ਼ ਕਹਿ ਸਕਦੇ ਆ ਜਾਂ ਫਿਰ ਕਹਿ ਜੀ ਕੋਈ ਵੀ ਗੁੱਡਸ, ਠੀਕ ਨਾ, ਜਦੋਂ ਉਹਨੇ ਕੀ ਕਰ ਲੈਣੀ ਹੈਗੀ ਆ ਜੀ, ਵਿਡਰੋਲ ਕਰ ਲੈਣੀ, ਕਾਹਦੇ ਵਾਸਤੇ ਜੀ, ਪਰਸਨਲ ਯੂਜ਼ਡ ਵਾਸਤੇ, ਠੀਕ ਨਾ। ਜਾਣੀ ਕਿ ਬਿਜ਼ਨਸ ਦੇ ਵਿੱਚ ਉਹ ਜਿੱਦਾਂ ਮਤਲਬ ਬਿਜ਼ਨਸ ਦੇ ਵਿੱਚ ਕਿਹਾ ਜੀ ਆਪਾਂ ਉਹਨੇ ਗੁੱਡਸ ਕਢਾ ਲਈਆਂ, ਕਾਹਦੇ ਵਾਸਤੇ ਜੀ, ਆਪਣੇ ਪਰਸਨਲ, ਠੀਕ ਨਾ, ਜਾਂ ਪਰਸਨਲ ਕਹਿ ਸਕਦੇ ਆ ਜਾਂ ਫਿਰ ਕੀ ਕਹਿ ਸਕਦੇ ਆ ਜੀ ਡੋਮੈਸਟਿਕ ਯੂਜ਼, ਮਤਲਬ ਕਿ ਜੀ ਘਰੇਲੂ ਵਰਤੋਂ ਵਾਸਤੇ ਉਹ 'ਚੋਂ ਪੈਸਾ ਜਾਂ ਉਹ 'ਚੋਂ ਗੁੱਡਸ ਕੋਈ ਕੱਢ ਲਈ ਆ, ਉਹ ਸਾਡੀ ਕੀ ਹੁੰਦੀ ਹੈ ਜੀ ਡਰਾਇੰਗ, ਠੀਕ ਨਾ।
ਜਦੋਂ ਵੀ ਕੋਈ ਬਿਜ਼ਨਸ ਦਾ ਪੈਸਾ ਜਿਹੜਾ ਆਪਾਂ ਪਰਸਨਲ ਯੂਜ਼ ਲਈ ਵਰਤ ਲੈਣਾ ਆ, ਉਹ ਅਸੀਂ ਕੀ ਕਰਨਾ ਹੈਗਾ ਜੀ, ਉਹਨੂੰ ਆਪਾਂ ਡਰਾਇੰਗ ਲਈ, ਠੀਕ ਨਾ। ਹਾਂ ਬੇਟਾ ਸਰ ਮੈਂ ਇੱਥੇ ਇੱਕ ਤੁਹਾਡੀ ਹੋਰ ਚੀਜ਼ ਯਾਦ ਆ ਗਈ। ਮੇਰੇ ਹਿਸਾਬ ਨਾਲ ਤੁਸੀਂ ਸ਼ਾਇਦ ਨਾ ਇਹ ਸੋਚਦੇ ਪਏ ਆ ਕਿ ਪਹਿਲਾਂ ਅਸੀਂ ਐਂਟਰੀਆਂ ਇਦਾਂ ਪਾ ਦਈਏ, ਠੀਕ ਨਾ। ਮੈਂ ਦੇਖਿਆ ਕਈਆਂ ਬੱਚੇ ਇੱਕੋ ਸਵਾਲ ਦੋ ਵਾਰ ਕੀਤਾ ਆ। ਜਦੋਂ ਅਸੀਂ ਇੱਥੇ ਪਾ ਦਿੱਤਾ, ਠੀਕ ਨਾ, ਕੈਸ਼ ਅਕਾਊਂਟ ਡੈਬਿਟ ਟੂ ਕੈਪੀਟਲ, ਕੈਸ਼ ਅਕਾਊਂਟ ਡੈਬਿਟ ਟੂ ਪਰਚੇਜ਼ ਅਕਾਊਂਟ ਡੈਬਿਟ ਟੂ ਕੈਸ਼, ਇਹਦਾ ਐਂਟਰੀਆਂ ਪਾ ਦਿੱਤੀਆਂ ਨਾ। ਉਹੀ ਐਂਟਰੀਆਂ ਪਾ ਕੇ ਫਿਰ ਤੁਸੀਂ ਥੱਲੇ ਇਹਦਾ ਪਰਫੋਰਮਾ ਬਣਾ ਕੇ ਲਿਖ ਦਿੰਦੇ ਹੋ, ਡੇਟ, ਪਾਰਟੀਕੂਲਰ, ਲੈਜ਼ਰ ਫੋਲੀਓ, ਡੈਬਿਟ, ਕ੍ਰੈਡਿਟ, ਠੀਕ ਨਾ। ਇਹ ਬੇਟਾ ਜੇ ਤੁਸੀਂ ਇਦਾਂ ਕੱਲੀਆਂ ਐਂਟਰੀਆਂ ਪਾ ਦਿੰਦੇ ਆ ਨਾ ਜਿੱਦਾਂ ਆਹ ਵਾਲੀਆਂ ਆ, ਇਹ ਵੀ ਗਲਤ ਨਹੀਂ ਹੈਗੀਆਂ, ਠੀਕ ਨਾ। ਚਾਹੇ ਤੁਸੀਂ ਇੱਦਾਂ ਐਂਟਰੀਆਂ ਪਾ ਦਿਆ ਕਰੋ, ਠੀਕ ਨਾ, ਨਾਲ ਦੀ ਨਰੇਸ਼ਨ ਲਿਖ ਦਿੱਤੀ, ਤੇ ਚਾਹੇ ਫਿਰ ਕਹਿ ਜੀ ਤੁਸੀਂ ਇਹਦਾ ਪਰਫੋਰਮੇ 'ਚ ਪਾ ਦਿਓ, ਠੀਕ ਨਾ। ਹੁਣ ਮੈਨੂੰ ਤਾਂ ਜਿੱਦਾਂ ਮਤਲਬ ਇਹ ਲੱਗਾ ਕਿ ਜਿੱਦਾਂ ਤੁਸੀਂ ਇੱਕੋ ਐਂਟਰੀਆਂ ਪਹਿਲਾਂ ਇਦਾਂ ਪਾ ਦਿੰਦੇ ਹੋ, ਫਿਰ ਉਹਨੂੰ ਕਾਹਦੇ ਵਿੱਚ ਪਾ ਦਿੰਦੇ ਹੋ, ਪਰਫੋਰਮੇ 'ਚ, ਠੀਕ ਨਾ। ਇਹ ਤੋਂ ਵਧੀਆ ਤੁਸੀਂ ਇੱਕੋ ਜਿਹਾ ਪਰਫੋਰਮੇ ਐਂਟਰੀਆਂ ਲਿਖੋ, ਇਦਾਂ ਭਲਾ ਨਾ ਹੀ ਲਿਖੋ, ਠੀਕ ਹੈ ਨਾ। ਹਾਂ ਤੇ ਬੇਟਾ ਜਦੋਂ ਥੱਲੇ ਤੁਸੀਂ ਨਰੇਸ਼ਨ ਲਿਖ ਦਿੰਦੇ ਆ ਨਾ ਇਦਾਂ, ਜਿੱਦਾਂ ਮਤਲਬ ਫੋਰ ਐਗਜ਼ਾਮਪਲ ਆ ਅਸੀਂ ਐਂਟਰੀ ਕਿਹਦੀ ਪਾਣੀ ਹੈ, ਤੁਸੀਂ ਪਹਿਲਾਂ ਕੀ ਕਰਦੇ ਆ, ਪਹਿਲਾਂ ਲਾਈਨ ਲਿਖਦੇ ਆ, ਕਿਆ ਜੀ, ਗੁੱਡਸ ਸੋਲਡ ਫੋਰ ਕੈਸ਼, ਇਹ ਲਿਖਦੇ ਹੋ। ਤੇ ਫਿਰ ਤੁਸੀਂ ਉਹਦੀ ਕੀ ਐਂਟਰੀ ਪਾਉਂਦੇ ਹੋ, ਕੈਸ਼ ਅਕਾਊਂਟ ਡੈਬਿਟ ਟੂ ਸੇਲਸ, ਠੀਕ ਹੈ ਨਾ। ਫਿਰ ਤੁਸੀਂ ਨਰੇਸ਼ਨ ਲਿਖਦੇ ਹੋ, ਕਿਆ ਜੀ, ਗੁੱਡਸ ਸੋਲਡ, ਹੈ ਨਾ। ਬੇਟਾ ਜਦੋਂ ਨਰੇਸ਼ਨ ਲਿਖ ਦਿੱਤੀ ਆ, ਲਾਈਨ ਭਲਾ ਨਾ ਲਿਖਿਆ ਕਰੋ ਆਪਣੇ ਕੋਲ, ਮਤਲਬ ਇਹ ਤਾਂ ਕੁਐਸਚਨ ਵੀ ਲਿਖੀ ਹੋਣੀ ਆ, ਤੁਸੀਂ ਸਿੱਧੀ ਐਂਟਰੀ ਪਾ ਦਿਆ, ਠੀਕ ਨਾ। ਇਸ ਕਰਕੇ ਬੇਟਾ ਦੇਖ ਲਓ, ਚਾਹੇ ਐਂਟਰੀਆਂ ਇੱਦਾਂ ਹੀ ਪਾ ਦਿਆ ਕਰੋ ਜਿੱਦਾਂ ਤੁਸੀਂ ਆਮ ਲਿਖਦੇ ਆ, ਪਹਿਲਾਂ ਐਂਟਰੀਆਂ ਲਿਖ ਕੇ ਥੱਲੇ ਨਰੇਸ਼ਨ ਲਿਖ ਦਿੱਤੀ ਬਸ, ਠੀਕ ਨਾ। ਚਾਹੇ ਉਹਨੂੰ ਇਹਦਾ ਪਰਫੋਰਮਾ, ਪਰ ਸਭ ਨਾਲੋਂ ਵਧੀਆ ਤੁਸੀਂ ਇਹ ਪਰਫੋਰਮਾ ਬਣਾ ਕੇ ਇੱਦਾਂ ਹੀ ਲਿਖਿਆ ਕਰੋ, ਠੀਕ ਨਾ। ਇੱਦਾਂ ਨਾ ਲਿਖਿਆ ਕਰੋ। ਦੇਖਿਆ ਨਾ ਬੱਚੇ ਨੂੰ ਕਈਆਂ ਨੇ ਇੱਕੋ ਸਵਾਲ ਦੋ ਵਾਰ ਕੀਤਾ, ਪਹਿਲਾਂ ਇੱਦਾਂ ਐਂਟਰੀਆਂ ਲਿਖ ਦਿੱਤੀਆਂ, ਬਾਅਦ 'ਚ ਫਿਰ ਉਹੀ ਪਰਫੋਰਮੇ 'ਚ ਲਿਖ ਦਿੱਤੀਆਂ। ਤੁਸੀਂ ਪਰਫੋਰਮੇ 'ਚ ਹੀ ਲਿਖਿਆ ਕਰੋ, ਠੀਕ ਨਾ। ਬੇਟਾ ਹੁਣ ਅੱਗੇ ਪਤਾ ਲੱਗ ਗਿਆ ਤੁਹਾਨੂੰ ਕੈਪੀਟਲ ਦੇ ਡਰਾਇੰਗ ਕੀ ਹੁੰਦੀ ਹੈ। ਕੈਪੀਟਲ ਕੀ ਹੁੰਦਾ, ਜਿਹੜਾ ਆਪਾਂ ਪਰਸਨਲ ਪੈਸਾ ਬਿਜ਼ਨਸ ਦੇ ਵਿੱਚ ਲਾਣਾ ਆ, ਉਹ ਕੈਪੀਟਲ ਹੋਣੀ ਆ। ਔਰ ਜਦੋਂ ਬਿਜ਼ਨਸ ਦੇ ਵਿੱਚੋਂ ਪੈਸਾ ਅਸੀਂ ਕੀ ਕਰ ਲੈਣਾ ਹੈਗਾ ਜੀ, ਪਰਸਨਲ ਯੂਜ਼ ਵਾਸਤੇ ਕਢਵਾ ਲੈਣਾ ਆ, ਠੀਕ ਨਾ, ਉਹ ਸਾਡੀ ਕੀ ਹੋਣੀ ਹੈ ਜੀ, ਡਰਾਇੰਗ ਹੋ ਜਾਣੀ, ਠੀਕ ਨਾ। ਹੁਣ ਬੇਟਾ ਦੇਖੋ ਸਾਡੀਆਂ ਕਿਆ ਜੀ, ਕੈਪੀਟਲ ਨਾਲ ਰਿਲੇਟਡ ਕੁਛ ਐਂਟਰੀਆਂ ਤੇ ਪਲੱਸ ਜੀ ਕੁਛ ਕਿਆ ਜੀ ਸਾਡੀਆਂ ਹੈਗੀਆਂ ਡਰਾਇੰਗ ਨਾਲ ਰਿਲੇਟਡ ਐਂਟਰੀਆਂ, ਠੀਕ ਨਾ। ਜਿੱਦਾਂ ਬੇਟਾ ਪਹਿਲੇ ਨੰਬਰ ਤੇ ਮੈਂ ਕਹਿ ਦਿੰਦਾ, ਜਿੱਦਾਂ ਆਪਾਂ ਪਹਿਲਾਂ ਐਂਟਰੀ ਤਾਂ ਪਾਉਣੀ ਸੀਗੀ, ਠੀਕ ਨਾ। ਕੀ ਪਾਣੇ ਸੀਗੇ ਜੀ, ਸਟਾਰਟਰ ਬਿਜ਼ਨਸ ਵਿਦ ਕੈਸ਼, ਕਿੰਨਾ ਹੈ ਜੀ, 15,000, ਠੀਕ ਹੈ। ਉਹਦੇ ਵਿੱਚ ਦੂਜੀ ਐਂਟਰੀ ਲੈ ਲੈਣਾ ਮੈਂ, ਕਿਹਾ ਜੀ, ਪਰਸਨਲ ਕਾਰ इंट्रोड्यूस इन बिजनेस, किन्ने दी जी, 5,000, ठीक है ना। इस तरह कैश विड्रॉ फ्रॉम बैंक फॉर पर्सनल यूज, कितना जी, ये 5, ठीक है। और इसी तरह मैं कह देना है जी चौथे नंबर पे कि पेड लाइफ इंश्योरेंस प्रीमियम 1200 का। 5वें नंबर पे जी इनकम टैक्स पेड, कितना जी, 2,000, ठीक है जी। ते एडिशनल कैपिटल इंट्रोड्यूस इनटू बिजनेस, कितनी जी, 10,000, ठीक है ना। इस तरह है कुछ मतलब कैपिटल ते जिहड़ियां ड्राइंग नाल रिलेटेड एंट्रियां है, ठीक है ना बेटा। हुण बेटा इहदे विच देखो तुसीं बस सीधा इदां कह जी, चाहे इदां एंट्रियां पा दो तां भी गलत नहीं हैगियां, चाहे परफॉर्म दे अकॉर्डिंग टू पा दो तां भी जनरल एंट्रियां पाणियां बस, ठीक है ना। पर सब नाल वधिया तुसीं कहा जी इस तरह ही पाओ परफॉर्म दे अकॉर्डिंग टू, क्योंकि तुसीं एक मैं देखिया सवाल कीते ते बहुत वधिया कीते, ठीक है ना। आ लो जी।
डेट पर्टिकुलर लेजर फोलियो, ठीक है जी। उस तो बाद जी डेबिट, ठीक है ना, नाल क्रेडिट। इत्थे आना जी डेट, ठीक है जी। उस तो बाद जी पार्टिकुलर्स लेजर फोलियो डेबिट ते क्रेडिट, ठीक है ना। जिदा बेटा पहले नंबर ते आ स्टार्ट बिजनेस विद कैश, कैश ना बिजनेस स्टार्ट किया तो बेटा ये साडी की एंट्री आनी पहले विच कैश अकाउंट डेबिट कितना जी 15,000, ठीक है ना, टू कैपिटल अकाउंट 15,000, ठीक है ना। क्या जी 15,000 कैश को कैश आया है ना बिजनेस में, तब बीइंग एंट्री की नहीं बेटा ए स्टार्टड बिजनेस, ठीक है बेटा। उस तो बाद जी दूजी एंट्री आ गई, एक लाइन छड़ के क्या जी परसनल कार इंट्रोड्यूस इन बिजनेस। ਜਿਹੜੀ ਉਹਦੀ ਪਰਸਨਲ ਕਾਰ ਸੀਗੀ ਹੈ ਨਾ ਉਹ ਉਹਨੇ ਕੀ ਕਰਦੀ ਤੇ ਬਿਜ਼ਨਸ ਵਿੱਚ ਲਾਤੀ ਆ। ਇਹਦਾ ਮਤਲਬ ਜਿਹੜਾ ਪਰਸਨਲ ਪੈਸਾ ਸੀਗਾ ਉਹ ਕਾਹਦੇ ਵਿੱਚ ਲਾਤਾ ਜੀ, ਮਤਲਬ ਪਰਸਨਲ ਕਾਰ ਸੀਗੀ ਬਿਜ਼ਨਸ ਵਿੱਚ ਲਾਤੀ। ਇਹਦਾ ਮਤਲਬ ਬਿਜ਼ਨਸ ਵਿੱਚ ਜਿੱਦਾਂ ਪਹਿਲਾਂ ਜਦੋਂ ਸ਼ੁਰੂ ਕਰਦੇ ਕੈਸ਼ ਆਇਆ ਸੀਗਾ, ਹੁਣ ਉਹਨੇ ਕਾਰ ਬਿਜ਼ਨਸ ਵਿੱਚ ਲਾਤੀ ਆ। ਇਹਦਾ ਮਤਲਬ ਕਿਆ ਜੀ ਕਾਰ आई है ना बिजनेस में, बिजनेस ला कार कौन डेबिट टू कैपिटल अकाउंट कितना जी डेबिट 5,000 आ लो 5,000, ठीक ना। यानी कि जेड़ा उन्हें परसनल चीज बिजनेस में लानी आ, बिजनेस में इंट्रोड्यूस करनी आ, वो साडी कैपिटल बननी है। और बीइंग बेटा कार इंट्रोड्यूस इनटू बिजनेस, ठीक है। हुण तीजे नंबर ते आ क्या जी कैश विड्रॉ फ्रॉम बैंक फॉर परसनल यूज। देखो बेटा उन्हें की कीता, हुण बिजनेस का जिहड़ा मतलब खाता होऊगा बैंक का, ठीक है ना, उहदे विचों पैसा उन्हें काहदे वास्ते कढ़ा लिया परसनल यूज वास्ते। काहदे वास्ते कढ़ा लिया परसनल यूज वास्ते। ਇਹਦਾ मतलब परसनल यूज है ना, ਜਦੋਂ बेटा फिर मैं ਕਿਹਾ ਸੀ कि ਜਦੋਂ ਉਹਨੇ परसनल यूज ਲਈ ਪੈਸਾ ਕਢਵਾਉਣਾ ਆ ਉਹ ਸਾਡੀ ਕੀ ਹੋਣੀ ਜੀ ਡਰਾਇੰਗ। ਉਹਨੇ ਬੈਂਕ ਚੋਂ ਪੈਸਾ ਕਢਵਾਇਆ, ਸੱਚ ਕਢਾਇਆ ਜੀ ਬੈਂਕ ਚੋਂ। ਇਹਦਾ मतलब ਪਹਿਲੇ ਨੰਬਰ ਤੇ ਸਾਡੀ ਉਹ ਡਰਾਇੰਗ ਬਣ ਗਈ। ਕੀ ਬਣ ਗਈ ਜੀ ਡਰਾਇੰਗ ਅਕਾਊਂਟ ਡੈਬਿਟ। ਕਿੱਥੋਂ ਕਢਾਇਆ ਜੀ ਬੈਂਕ ਵਿੱਚੋਂ। ਬੈਂਕ ਅਕਾਊਂਟ ਕਿੰਨਾ ਹੈ ਜੀ 5,000। यानी कि जो भी कोई परसनल यूज लिए पैसा कढ़वाना आ वो की होना जी उसकी ड्राइंग होना, ठीक है ना। अगे बेटा है पेड लाइफ इंश्योरेंस प्रीमियम। क्या जी पेड लाइफ इंश्योरेंस प्रीमियम। बेटा देखो जो लाइफ इंश्योरेंस प्रीमियम होंगे वो हमेशा लाइफ का होंगे, कदे बिजनेस का नहीं होंगे, ठीक है ना। जे मान लो आप कोई स्टॉक वा कोई कार वा बस आ जी मशीनरी आ मान लो, ठीक है ना, बिजनेस की बिल्डिंग आ ਉਹਦਾ इंश्योरेंस करानी आ, वो साडा बिजनेस रिलेटेड होना। जिहड़ा लाइफ इंश्योरेंस हुंदा ना ये हमेशा ही, ठीक है ना, परसनल खर्चा हुंदा। लाइफ इंश्योरेंस की हुंदा हमेशा परसनल खर्चा, ठीक है ना। तो ਇਹਦੀ एंट्री बेटा की आनी साडे कोल, ਇਹਦੀ एंट्री ये साडे एक तरह की ड्राइंग होना है। ड्राइंग अकाउंट डेबिट टू कैश कितना जी 1,200, ठीक है। करके बेटा साडा क्या है जी ये परसनल आ लाइफ इंश्योरेंस प्रीमियम क्या है साडा परसनल, ठीक है ना। इधर इनकम टैक्स पेड आ। जे बेटा देखो यही हुंदा लाइफ इंश्योरेंस जिदा मतलब ये कहना लाइफ इंश्योरेंस प्रीमियम पेड फॉर इंप्लाइज किना दा जी इंप्लाइज का कराया हुंदा, फिर वो परसनल नहीं होना, फिर तो बिजनेस रिलेटेड खर्चा है ना इंप्लाइज का आ, फिर वो थोड़ा वही आना सीगा प्रीमियम अकाउंट डेबिट टू कैश। लेकिन ये हुण उन्हें लाइफ इंश्योरेंस प्रीमियम परसनल आ, जो इदा कहते ना लाइफ इंश्योरेंस प्रीमियम पेड किया मतलब अपना पर्सनल पेड किया, इस करके ड्राइंग होना साडा, ठीक है ना। इसी तरह बेटा कहना इनकम टैक्स, और इनकम टैक्स भी हमेशा पर्सनल खर्चा होंदा, इनू भी असीं की लिखते हैं जी ड्राइंग अकाउंट डेबिट टू कैश अकाउंट कितना है जी 2,000, ठीक है ना। आ बेटा लिख सकते हैं तुसीं बीइंग पहले दा लाइफ इंश्योरेंस का एल आई प्रीमियम पेड, आ क्या जी बीइंग इनकम टैक्स पेड, ठीक है ना।
ਇਹ ਬੇਟਾ ਜਿੱਦਾਂ ਸਾਨੂੰ ਮਤਲਬ ਨਰੇਸ਼ਨ ਜਿੱਦਾਂ ਸ਼ਾਰਟਕਟ ਤੁਸੀਂ ਆਪੇ ਲਿਖੀ ਹੁਣ ਮੈਂ ਹਰੇਕ ਦੀ ਨਰੇਸ਼ਨ ਨਹੀਂ ਲਿਖਣੀ ਸਿਰਫ ਐਂਟਰੀਆਂ ਦੱਸੋ ਠੀਕ ਨਾ। ਅੱਗੇ ਬੇਟਾ ਹੈਗਾ ਐਡੀਸ਼ਨਲ ਕੈਪੀਟਲ ਇੰਟਰੋਡਿਊਸ ਇਨਟੂ ਬਿਜ਼ਨਸ ਕਿ ਮਤਲਬ ਕਿਹਾ ਜੀ ਜਿਹੜੀ ਐਡੀਸ਼ਨਲ ਕੈਪੀਟਲ ਵਾ ਠੀਕ ਨਾ ਉਹਨੇ ਹੋਰ ਕੈਪੀਟਲ ਬਿਜ਼ਨਸ ਵਿੱਚ ਲਾਈ। ਇਹਦਾ ਮਤਲਬ ਕਿਹਾ ਜੀ ਹੋਰ ਪੈਸਾ ਉਹਨੇ ਕੀ ਕੀਤਾ ਜੀ ਬਿਜ਼ਨਸ ਦੇ ਵਿੱਚ ਲਾਇਆ ਆ। ਕੀ ਆਇਆ ਜੀ ਜਾਂ ਆਪਾਂ ਐਡੀਸ਼ਨਲ ਕੈਪੀਟਲ ਕਹਿ ਸਕਦੇ ਆ ਜਾਂ ਫਿਰ ਕਿਹਾ ਜੀ ਐਡੀਸ਼ਨਲ ਕੈਸ਼ ਇੰਟਰੋਡਿਊਸ ਇਨਟੂ ਬਿਜ਼ਨਸ ਉਹਨੇ ਹੋਰ ਕੈਸ਼ ਬਿਜ਼ਨਸ। ਇਹਦਾ ਮਤਲਬ ਕਿਹਾ ਜੀ ਜਦੋਂ ਪੈਸਾ ਉਹਨੇ ਹੋਰ ਲਾਣਾ ਆ ਉਹ ਸਾਡੀ ਫੇਰ ਕੈਪੀਟਲ ਬਣਨੀ ਆ ਤਾਂ ਐਂਟਰੀ ਕੀ ਆਣੀ ਆ ਬੇਟਾ ਕੈਸ਼ ਅਕਾਊਂਟ ਡੈਬਿਟ ਟੂ ਕੈਪੀਟਲ ਅਕਾਊਂਟ। ਕਿੰਨਾ ਜੀ 10,000 ਰੁਪਇਆ ਹੋਰ ਲਾਇਆ 10,000 ਆ ਲਓ ਜੀ ਠੀਕ ਹੈ ਨਾ ਕਿ ਮਤਲਬ ਕਿਹਾ ਜੀ ਉਹਨੇ 10,000 ਰੁਪਏ ਹੋਰ ਲਾਤਾ ਮਤਲਬ ਹੋਰ ਕੈਪੀਟਲ ਦਾ ਬਣ ਗਿਆ ਕੈਸ਼ ਅਕਾਊਂਟ ਡੈਬਿਟ ਟੂ ਕੈਪੀਟਲ। ਯਾਨੀ ਕਿ ਜਦੋਂ ਵੀ ਪੈਸਾ ਉਹਨੇ ਬਿਜ਼ਨਸ ਦੇ ਵਿੱਚ ਲਾਣਾ ਆ ਜਿਹੜਾ ਪਰਸਨਲ ਪੈਸਾ ਹੋਣਾ ਆ ਠੀਕ ਨਾ ਉਹ ਕੀ ਹੋਣਾ ਜੀ ਸਾਡੇ ਕੋਲ ਉਹ ਹੋਣਾ ਹੈਗਾ ਸਾਡੇ ਕੋਲ ਜੀ ਕੈਪੀਟਲ ਤੇ ਪਲੱਸ ਕਿਹਾ ਜੀ ਜਦੋਂ ਉਹਨੇ ਕਿਹਾ ਜੀ ਬਿਜ਼ਨਸ ਦੇ ਵਿੱਚੋਂ ਪਰਸਨਲ ਯੂਜ਼ ਲਈ ਪੈਸਾ ਕਢਵਾਉਣਾ ਆ ਉਹ ਕੀ ਹੋਣੀ ਸਾਡੀ ਜੀ ਡਰਾਇੰਗ ਠੀਕ ਹੈ ਨਾ। ਔਰ ਇਸੇ ਤਰ੍ਹਾਂ ਬੇਟਾ ਜੇ ਮੰਨ ਲਓ ਬਾਈ ਚਾਂਸ ਉਹ ਕਹਿ ਦਿੰਦਾ ਕਿਹਾ ਜੀ ਜਿਹੜਾ ਓਨਰ ਆ ਮਤਲਬ ਕਿਹਾ ਜੀ ਮਾਲਕ ਆ ਜਿਹੜਾ ਬਿਜ਼ਨਸ ਦਾ ਠੀਕ ਹੈ ਨਾ ਉਹ ਕੀ ਕਰਾਂਦਾ ਹੈ ਜੀ ਕੈਸ਼ ਜਾਂ ਫਿਰ ਕਿਹਾ ਜੀ ਇਹ ਓਨਰ paid bills of birthday party हो अवन सन कितना है जी 5,000 ठीक है ना कि ਜਿਹੜਾ ਓਨਰ ਸੀਗਾ ਮਾਲਕ ਸੀਗਾ ਉਹਨੇ ਆਪਣੇ ਬੇਟੇ ਦੀ ਬਰਥਡੇ ਪਾਰਟੀ ਦੀ ਕੀ ਕੀਤੀ ਹੈ ਜੀ ਬਿੱਲ ਪੇਡ ਕੀਤੀ ਆ ਹੈਨਾ। ਹੁਣ ਬਰਥਡੇ ਪਾਰਟੀ ਉਹਦੇ ਬੇਟੇ ਦੀ ਆ ਉਹ ਕਿਹਾ ਜੀ ਪਰਸਨਲ ਖਰਚਾ ਆ ਹੈਨਾ। ਇਹਦਾ ਮਤਲਬ ਕਿਹਾ ਜੀ ਉਹ ਪਰਸਨਲ ਆ ਖਰਚਾ ਇਸ ਕਰਕੇ ਇਹ ਕੀ ਹੋਣਾ ਜੀ ਡਰਾਇੰਗ ਅਕਾਊਂਟ ਡੈਬਿਟ ਟੂ ਕੈਸ਼ ਅਕਾਊਂਟ ਕਿੰਨਾ ਹੈ ਜੀ 5,000 ਠੀਕ ਹੈ ਨਾ। ਤੁਸੀਂ ਬੇਟਾ ਪਰਫਾਰਮਾ ਬਣਾ ਕੇ ਉਹਦੇ ਵਿੱਚ ਪਾਣੀ ਹੈ ਠੀਕ ਨਾ। ਯਾਨੀ ਕਿ ਇਹ ਦੇਖ ਲੈਣਾ ਕਿ ਜਿਹੜਾ ਉਹਨੇ ਪੈਸਾ ਵਰਤਿਆ ਆ ਜਿਹੜਾ ਉਹਨੇ ਪੈਸਾ ਵਰਤਿਆ ਆ ਉਹ ਕਾਹਦੇ ਵਾਸਤੇ ਵਰਤਿਆ ਆ ਬਿਜ਼ਨਸ ਵਾਸਤੇ ਵਰਤਿਆ ਆ ਕਿ ਪਰਸਨਲ ਯੂਜ਼ ਲਈ। ਜੇ ਉਹ ਪਰਸਨਲ ਯੂਜ਼ ਲਈ ਵਰਤਿਆ ਆ ਫਿਰ ਉਹ ਕੀ ਹੋਣੀ ਜੀ ਡਰਾਇੰਗ ਟੂ ਕੈਸ਼। ਜੇ ਇਦੇ ਤਰ੍ਹਾਂ ਪਰਸਨਲ ਚੀਜ਼ ਹੈ ਜਿਹੜੀ ਉਹ ਬਿਜ਼ਨਸ ਵਾਸਤੇ ਵਰਤੀ ਜਾਂਦੀ ਆ ਤਾਂ ਉਹ ਸਾਡੇ ਕੋਲ ਕੀ ਹੋਣੀ ਹੈ ਜੀ ਇੱਕ ਤਰ੍ਹਾਂ ਦੀ ਕੈਪੀਟਲ ਉਹਨੂੰ ਅਸੀਂ ਲਿਖਣਾ ਹੈਗਾ ਕੈਸ਼ ਅਕਾਊਂਟ ਡੈਬਿਟ ਟੂ ਕੈਪੀਟਲ। ਜੇ ਕਾਰ ਵਰਤਦਾ ਆ ਕਾਰ ਅਕਾਊਂਟ ਡੈਬਿਟ ਟੂ ਕੈਪੀਟਲ ਜਿੱਦਾਂ ਹੁਣ ਮਤਲਬ ਮੈਂ ਕਹਿ ਦਿੰਦਾ ਕਿਹਾ ਜੀ ਪਰਸਨਲ ਬਿਲਡਿੰਗ ਯੂਜ਼ਡ ਫॉर ਬਿਜ਼ਨਸ ਕਿੰਨਾ ਹੈ ਜੀ ਮੰਨ ਲਓ ਜੀ 50,000 ਦੀ ਆ ਜਿਹੜੀ ਪਰਸਨਲ ਬਿਜ਼ਨਸ ਵਾਸਤੇ ਵਰਤੀ ਹੈ ਨਾ। ਇਹਦਾ ਮਤਲਬ ਕਿਹਾ ਜੀ ਉਹ ਸਾਡੇ ਕੋਲ ਇੱਕ ਤਰ੍ਹਾਂ ਦੀ ਉਹਨੇ ਕਿਹਾ ਜੀ ਬਿਜ਼ਨਸ ਦੇ ਵਿੱਚ ਲਾਤੀ ਬਿਲਡਿੰਗ ਤਾਂ ਐਂਟਰੀ ਕੀ ਆਣੀ ਹੈ ਬਿਲਡਿੰਗ ਲਾਈ ਆ ਨਾ ਤਾਂ ਹੁਣ ਆਪਾਂ ਕੀ ਕਰਨਾ ਹੈ ਜੀ ਬਿਲਡਿੰਗ ਅਕਾਊਂਟ ਡੈਬਿਟ ਟੂ ਕੈਪੀਟਲ ਅਕਾਊਂਟ ਕਿੰਨਾ ਹੈ ਜੀ 50,000 ਠੀਕ ਹੈ ਨਾ ਬੇਟਾ। ਮਤਲਬ ਕਿਹਾ ਜੀ ਕਿ ਜਿਹੜੀ ਇਹਦੀ ਪਰਸਨਲ ਬਿਲਡਿੰਗ ਸੀਗੀ ਕਾਹਦੇ ਵਾਸਤੇ ਵਰਤ ਲਈ ਉਹਨੇ ਬਿਜ਼ਨਸ ਵਾਸਤੇ ਤਾਂ ਸਾਡੇ ਇੱਥੇ ਕਿਹਾ ਜੀ ਕੈਪੀਟਲ ਦੇ ਤੌਰ ਤੇ ਨੇ ਕੀ ਲਾਇਆ ਜੀ ਬਿਲਡਿੰਗ ਲਾਈ ਹੈ ਤਾਂ ਐਂਟਰੀ ਕੀ ਆਣੀ ਆ ਬਿਲਡਿੰਗ ਅਕਾਊਂਟ ਡੈਬਿਟ ਟੂ ਕੈਪੀਟਲ ਅਕਾਊਂਟ ਠੀਕ ਹੈ ਨਾ ਬਿਲਡਿੰਗ ਅਕਾਊਂਟ ਡੈਬਿਟ ਟੂ ਕੈਪੀਟਲ ਅਕਾਊਂਟ ਠੀਕ ਹੈ ਨਾ। ਇਹ ਬੇਟਾ ਸਾਡੀਆਂ ਸੀਗੀਆਂ ਜਿਹੜੀਆਂ ਕੈਪੀਟਲ ਤੇ ਡਰਾਇੰਗ ਦੇ ਨਾਲ ਰਿਲੇਟਡ ਐਂਟਰੀ ਠੀਕ ਨਾ। ਇਹ ਬੇਟਾ ਇੱਕ ਵਾਰੀ ਸਮਝ ਲਿਓ ਠੀਕ ਨਾ। ਇਹਦੇ ਨਾਲ ਤਾਂ ਤੁਹਾਨੂੰ ਮੈਂ ਕੁਐਸਚਨ ਵੀ ਪਾ ਦੂੰਗਾ ਤੁਸੀਂ ਉਹਦੀਆਂ ਜਨਰਲ ਐਂਟਰੀਆਂ ਪਾ ਕੇ ਜਿੱਦਾਂ ਕੱਲ ਮੈਨੂੰ ਕੁਐਸਚਨ ਸੈਂਡ ਕੀਤੇ ਸੀ ਨਾ ਇਹਦੇ ਕੁਐਸਚਨ ਸੈਂਡ ਕਰਤਾ ਠੀਕ ਨਾ। ਉਸ ਤੋਂ ਬਾਅਦ ਬੇਟਾ ਅਸੀਂ ਇੱਕ ਸੀਗਾ ਹੁਣ ਕੈਪੀਟਲ ਵਾਲਾ ਠੀਕ ਨਾ। ਹੁਣ ਅਸੀਂ ਕਰਨਾ ਹੈਗਾ ਆ ਜਿੱਦਾਂ ਪਹਿਲਾਂ ਤਾਂ ਆਪਾਂ ਕੈਸ਼ ਤੇ ਕ੍ਰੈਡਿਟ ਟ੍ਰਾਂਜੈਕਸ਼ਨ ਵਾਲਾ ਉਹਦੀ ਵੀ ਮੈਂ ਇੱਕ ਸਵਾਲ ਤੁਹਾਨੂੰ ਪਾਣਾ ਆ ਠੀਕ ਨਾ। ਇੱਕ ਸਵਾਲ ਤੁਹਾਨੂੰ ਇਹਦਾ ਪਾਣਾ ਆ ਉਸ ਤੋਂ ਬਾਅਦ ਅਸੀਂ ਪਾਣਾ ਹੈਗਾ ਅੱਗੇ ਇੱਕ ਹੁਣ ਜਿਹੜਾ ਤੀਜਾ ਟੌਪਿਕ ਅਸੀਂ ਉਹ ਕਰਨਾ ਹੈਗਾ ਆ ਬੈਂਕ ਬੈਂਕ ਟ੍ਰਾਂਜੈਕਸ਼ਨ ਦਾ ਜੀ ਹਾਂਜੀ ਕਿਹੜਾ ਜੀ ਬੈਂਕ ਟ੍ਰਾਂਜੈਕਸ਼ਨ ਦਾ ਠੀਕ ਨਾ। ਯਾਨੀ ਕਿ ਜਿਹੜੀਆਂ ਬੈਂਕ ਨਾਲ ਰਿਲੇਟਡ ਐਂਟਰੀਆਂ ਹੁੰਦੀਆਂ ਠੀਕ ਨਾ। ਔਰ ਇਹਦੇ ਵਿੱਚ ਬੇਟਾ ਸਾਡੇ ਕੋਲ ਐਂਟਰੀਆਂ ਜ਼ਿਆਦਾਤਰ ਬਸ ਮੇਨ ਕਰਕੇ ਆ ਹੁੰਦੀਆਂ ਜਿੱਦਾਂ ਕਿਹਾ ਜੀ ਬੈਂਕ ਨਾਲ ਰਿਲੇਟਡ ਕਿਹੜੀਆਂ ਹੁੰਦੀਆਂ ਆ ਪਹਿਲੇ ਨੰਬਰ ਤੇ ਕੈਸ਼ ਡਿਪੋਜ਼ਿਟਡ ਇਨਟੂ ਬੈਂਕ
ਦੂਜੇ ਨੰਬਰ ਤੇ ਕੈਸ਼ ਵਿਡਰੋਨ ਫਰੋਮ ਬੈਂਕ ਆ 10,000 ਜੀ, ਆ 2,000। ਤੀਜੇ ਨੰਬਰ ਤੇ ਕੈਸ਼ ਵਿਡਰੋਨ ਫਰੋਮ ਬੈਂਕ ਫੋਰ ਪਰਸਨਲ ਯੂਜ਼, ਠੀਕ ਹੈ ਨਾ। ਕਿੰਨਾ ਜੀ 1500। ਤੀਜੇ ਨੰਬਰ ਤੇ ਜੀ ਰੈਂਟ ਪੇਡ ਬਾਏ ਚੈੱਕ 500, ਠੀਕ ਹੈ। तो ਅੱਗੇ ਕਹਿ ਸਕਦੇ ਹਾਂ ਜੀ ਆਪਾਂ ਚੌਥਾ ਪੰਜਵਾਂ ਕਮਿਸ਼ਨ, ਠੀਕ ਹੈ ਜੀ, received by check, ठीक है। ये है जी कमीशन received by check, ठीक है ना। हाँ जी बेटा, जो पहली एंट्री देखो, ठीक है जी, डेट पार्टिकुलर लेजर फोलियो डेबिट क्रेडिट, ठीक है। जो पहली एंट्री हैगी है जी कैश डिपोजिट इनटू बैंक, बैंक में पैसे जमा कराए है ना। इसमें जो बैंक में पैसे जमा करवाने हैं तो बैंक की हो गया पर्सन, दसे ना, कोई भी इंस्टीट्यूट हो गया, कोई भी फाइनेंशियल इंस्टीट्यूट हो गया, जिदा बैंक हो गए, SBI हो गया, पंजाब, सारे की होंगे परसन होंगे आ। जो आप बैंक में पैसे जमा कराने हैं तो बैंक नूं पैसे जाने आ, बैंक की हो गया जी रिसीवर, साडे कोल जाना क्या है जी कैश। तो एंट्री की आनी बेटा पहले दी आनी हैगी आ बैंक अकाउंट डेबिट टू कैश अकाउंट। कितने जमा कराए है जी 10,000, हेलो 10,000 डेबिट 10,000, ठीक है ना। बीइंग वही बेटा क्या है जी कैश डिपोजिटेड इनटू बैंक, बैंक में पैसे जमा कराए हैं, ठीक है ना। उस तो बाद जी कैश विड्रॉ ऑफ बैंक, बैंक के विचों पैसे क्या जी कढ़वाए आ। हुण बेटा देखो जे बैंक में जमा कराने दे गल आया बैंक अकाउंट डेबिट टू कैश, तो बैंक चों कढ़वाण दा की होना, इहदा उल्टा ही होना कि जो आप बैंक में पैसे कढ़वाने आ तो सानू आ जाने आ, तो बैंक ने सानू पैसे क्या जी देने। बैंक क्या होगा जी गिवर, बैंक क्या हो गया जी गिवर, तो साढ़े को कैश आ जाना। पहले वाली की सीगा जो बैंक में जमा कराते सी, बैंक क्या सीगा रिसीवर सीगा, बैंक की सीगा रिसीवर, मतलब बैंक पैसे सातों लैंदा सीगा। हुण एंट्री क्या आनी विड्रॉ दी उल्टी जी है क्या है जी, जे जमा दी बैंक टू कैश है तो विड्रॉ दी क्या होनी है जी कैश अकाउंट डेबिट टू बैंक अकाउंट, ठीक है ना। किन्ने जी 2,000, ठीक है ना बेटा। बैंक में पैसे जमा कराने की एंट्री की है जी बैंक टू कैश, कढ़वाण दी की है जी कैश टू बैंक, ठीक है ना। उस तो बेटा अगे है तीसरा क्वेश्चन थोड़ा कैश विड्रॉ फॉर बैंक फॉर पर्सनल यूज। हुण देखो पर्सनल यूज है ना, पर्सनल यूज है तो की है ड्राइंग आ, कितों बैंक चो कढ़वाए है, जाने कि बैंक की हो गया जी गिवर, पैसे देने वाला। तो एंट्री की है नहीं बेटा पर्सनल यूज ले पैसा कढ़वाया है ड्राइंग अकाउंट डेबिट टू बैंक, कितना जी 1500, ठीक है, कितना जी 1500, ठीक है ना। कि मतलब क्या जी बैंक में जो पर्सनल यूज ले पैसा कढ़वा लिया, ठीक है ना। इसी तरह बेटा अगली एंट्री हैगी रेंट पेड बाय चैक, क्या जी रेंट पेड बाय चैक। हुण बेटा देखो साडे कोल आ एंट्री है किहड़ी है जी रेंट पेड बाय चैक, कितना जी साडे कोल हैगा ये 500 रेंट पेड बाय चैक। देखो बेटा पहली गल तो रेंट पेड का मतलब है एक्सपेंसिस आ, ये क्या है जी एक्सपेंसिस। तो एंट्री की आनी है साडे कोल रेंट अकाउंट डेबिट, जे तो कल्ला रेंट पेड हुंदा आपां लिख दिंदे सी रेंट अकाउंट डेबिट टू कैश, पर हुण ये किन्ना चैक ना है ना, जदों भी बेटा चैक आ गया ना उदों साडा बैंक आना। रेंट पेड बाय चैक आ तो एंट्री की आनी है जी
रेंट अकाउंट डेबिट टू बैंक अकाउंट कितना है जी 500 ठीक है ना। मतलब चैक का मतलब की आ कि जो पैसा आ वो किने देना है बैंक ने देना बैंक के थ्रू पेड होया इस करके की जाना जी रेंट अकाउंट डेबिट टू बैंक ठीक है ना। और इसे तरह बेटा जे मतलब मैं कह दिना आ कमीशन रिसीव्ड बाय चैक कितना जी 700 का। हुण कमीशन की होया जी रिसीव्ड होया ना करना होया जी चैक ना करना होया चैक ना। ਇਹਦਾ मतलब क्या जी साडे कोल हुण जे चैक जिदा हुंदा मतलब कल्ला कमीशन रिसीव्ड तां आपां एंट्री की बनी सी कैश अकाउंट डेबिट टू कमीशन क्या जी कैश अकाउंट डेबिट टू कमीशन। पर हुण क्या जी चैक वा तां आपां कैश नहीं लिखना असीं की लिखना जी बैंक अकाउंट डेबिट टू कमीशन अकाउंट कितना है जी 700 ठीक है ना। जे मतलब मैं कह देना ए चेक इशू टू रवि किन्ने दा जी मान लो जी 800 का चैक इशू टू रवि मतलब क्या जी रवि नू चैक इशू किया रवि नू चैक आपां दिता है ਇਹਦਾ मतलब रवि क्या हो गया रिसीवर रवि अकाउंट डेबिट टू की दिता चैक का साडा की आना है जी बैंक कितना है जी 800 जे यही हुंदा चैक रिसीव्ड फ्रॉम आराम किन्ने दा जी 5000 का चैक रिसीव्ड फ्रॉम आराम ਇਹਦਾ मतलब क्या जी चैक सानू आया आ ठीक है ना। और जो सानू चैक आना मतलब क्या जी बैंक के रूप में पैसा आया तो एंट्री की आनी है जी बैंक अकाउंट डेबिट टू बैंक अकाउंट डेबिट टू कितों आया जी राम तो आराम अकाउंट कितना है जी 500 ठीक है जी। और बेटा पता लग गया ये वाले मेरी साड़ियाँ बैंक वाली ट्रांजेक्शन सी ठीक ना। हुण तुसीं एक की करनी है जी कैपिटल ते ड्राइंग वाले क्वेश्चन करने आ एक की करने है तुसीं बैंक ट्रांजेक्शन के क्वेश्चन करने ठीक ना। बेटा जेड़े मैं तेनों क्वेश्चन भेजदा है ना तुसीं ओही हजे करी आ ठीक है। ਜਿਹੜੀਆਂ ਤੁਹਾਡੀਆਂ बुक ਦੇ ਵਿੱਚ क्वेश्चन है ना वो ਤੁਹਾਨੂੰ मैं सारे क्वेश्चन जो सारे टॉपिक करवा देने फिर ਤੁਹਾਨੂੰ मैं क्वेश्चन कराऊंगा ठीक ना। पहला कल कल टॉपिक के नाल ਤੁਹਾਨੂੰ मैं क्वेश्चन करा दा ठीक ना। आ ਤੁਹਾਡੇ दो टॉपिक कराते ਹੁਣ अगले दो टॉपिक मैं ਤੁਹਾਨੂੰ ਕੱਲ੍ਹ ਕਰਵਾਉਂਗਾ ठीक ना। ਹੁਣ बेटा ਇਹਦੇ ਨਾਲ ਦੇ क्वेश्चन ਤੁਸੀਂ ਕਰਕੇ ਦੇਖ ਲੈਣੇ बेटा मैं आ इदा कहना ਤੁਸੀਂ ਪਹਿਲਾਂ इदा एंट्रियां पा ਦਿੰਦੇ ਆ ना ਪਹਿਲਾਂ इदा एंट्रियां पा ਦਿੰਦੇ ਆ फिर यही वाली एंट्रियां तुसीं इस तरह थले परफॉर्मा बना के पा दिंदे आ वाला जिद्दां मतलब मैं आही एंट्रियां फिर परफॉर्मा बना के लिख देवां क्या है जी रेंट अकाउंट डेबिट टू बैंक इत्थे वाला नहीं बेटा जो तुसीं इदां पा दिंदे निरीक्षण लिख दिंदे आ कोई गल नहीं इदां भी सही है ठीक ना। जां फिर इदां परफॉर्मा बना के लिख दो ठीक ना। मतलब क्या जी इदां परफॉर्मा बना के लिख दो वधिया क्योंकि तुसीं सारे लिखते पे आ मैं देखिया इदां ही सवाल करियो इदां दो बार लिखण दी लोड़ नहीं मतलब मेन गल मैं ये कहना इक्को वारी लिखो ठीक है। बाकी बेटा तुम ये सवाल करके मैंने भेज देने हैं ठीक ना। कोई प्रॉब्लम हुई तो मैं दस देना ठीक ना। और एक बेटा जेड़ा मतलब कोई नवा स्टूडेंट आता ना वो मैंने दस दिया करो जिन्होंने को पहलियां पुरानियां वीडियो नहीं है क्योंकि पुराने कंसैप्ट क्लीयर होंगे तदे साडा अगे तो अगे क्वेश्चन ठीक ना। ओके बेटा थैंक्स ये वाले कापी से नोट कर लियो ठीक ना जेड़े भी सवाल है। और बेटा जो मैं समझाना होंगे ना ये भी वाला कापी से नोट कर लिया करो इदे नोट करके फिर जो मैं सवाल दिते होंगे और मेरे अनसॉल्व लिख के उन्होंने हल कर लिया ठीक है। कोई बेटा एक अदा पॉइंट नहीं पता लगता होंगे ना वो दस दिया करो मैनू कि सानू आ चीज़ पता नहीं लगी ठीक है। ओके बेटा थैंक्स कोई प्रॉब्लम हो तो मैंने दस दियो ठीक है। ओके जी।